ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ। ਭਾਰਤ ਵਿੱਚ ਦਰਿਆ ਕੇਵਲ ਬ੍ਰਹਮਪੁੱਤਰ ਹੈ, ਬਾਕੀ ਸਭ ਨਦੀਆਂ ਹਨ। ਦਲੀਲਬਾਜ਼ੀ ਦਾ ਅਰਥ ਇਹ ਹੁੰਦਾ ਹੈ ਕਿ ਬਹਿਸ ਮੁੱਕਣ ਨਹੀਂ ਦੇਣੀ ਅਤੇ ਫੈਸਲਾ ਹੋਣ ਨਹੀਂ ਦੇਣਾ। ਰਾਜਨੀਤੀ ਵਿੱਚ ਜਨਤਾ ਦੀ ਸੇਵਾ ਕਰਨ ਦੀ ਇੱਛਾ ਅਸਲ ਵਿੱਚ ਉਹਨਾਂ ਤੇ ਹਕੂਮਤ ਕਰਨ ਦਾ ਬਹਾਨਾ ਹੁੰਦੀ ਹੈ। ਮੁਸਕਰਾਹਟ ਤੁਹਾਡੇ ਚਿਹਰੇ ਦੀ ਬਾਰੀ ਵਿੱਚ ਜਗਦੀ ਰੋਸ਼ਨੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਦਿਲ ਠੀਕ ਠਾਕ ਹੈ। ਸੁਪਨਿਆਂ ਨੂੰ ਇਸ ਲਈ ਸੱਚੇ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਸਥੂਲ ਨਹੀਂ ਹੁੰਦੇ, ਕਲਪਨਾ ਹੀ ਹੁੰਦੇ ਹਨ। ਸਰਕਾਰ ਕਿਸੇ ਦੀ ਬਣੇ, ਹਾਰ ਪਾਉਣ ਅਤੇ ਲਾਭ ਉਠਾਉਣ ਵਾਲੇ ਉਹੀ ਰਹਿੰਦੇ ਹਨ। ਅਸੀਂ ਆਪਣੇ ਜੀਵਨ ਵਿੱਚ ਵਿਕਾਸ ਦੀ ਜਿਹੜੀ ਹੱਦ ਮਿੱਥਦੇ ਹਾਂ, ਉੱਥੇ ਤੱਕ ਹੀ ਜੱਦੋ-ਜਹਿਦ ਕਰਦੇ ਹਾਂ। ਸੁੱਖ ਦਾ ਆਧਾਰ ਇਹ ਹੈ ਕਿ ਵਸਤਾਂ ਵਰਤਣ ਲਈ ਹਨ ਅਤੇ ਮਨੁੱਖ ਪਿਆਰ ਕਰਨ ਲਈ ਹਨ, ਪਰ ਇਸ ਨੇਮ ਨੂੰ ਉਲਟਾਉਣ ਨਾਲ ਦੁੱਖ ਉਪਜਦੇ ਹਨ। ਕਿਸੇ ਨੂੰ ਸਮਝਣ ਜਾਣ ਤੋਂ ਪਹਿਲਾਂ ਅਸੀਂ ਉਸ ਦਾ ਸਰੀਰ, ਨੈਣ ਨਕਸ਼ ਅਤੇ ਲਿਬਾਸ ਵੇਖਦੇ ਹਾਂ। ਜਿੱਥੇ ਮਨੁੱਖ ਦਾ ਸਵਾਰਥ ਨਹੀਂ ਹੁੰਦਾ, ਉੱਥੇ ਹੀ ਉਹ ਦੂਜਿਆਂ ਨਾਲ ਇਨਸਾਨਾਂ ਵਾਂਗ ਵਿਹਾਰ ਕਰਦਾ ਹੈ। ਆਵਾਜ਼ ਦੀ ਭਾਲ ਵਿੱਚ ਨਿਕਲੀ ਮੁਹੱਬਤ ਨੂੰ ਸੰਗੀਤ ਕਹਿੰਦੇ ਹਨ। ਗਲਤੀਆਂ ਕਰੋ, ਜਿਤਨੀਆਂ ਮਰਜ਼ੀ ਕਰੋ, ਪਰ ਉਹ ਤੁਹਾਡੀਆਂ ਆਪਣੀਆਂ ਗਲਤੀਆਂ ਹੋਣੀਆਂ ਚਾਹੀਦੀਆਂ ਹਨ। ਹਰ ਕੋਈ ਹਰੇਕ ਸਮਾਗਮ ਤੇ ਵਕਤ ਸਿਰ ਪਹੁੰਚਣਾ ਚਾਹੁੰਦਾ ਹੈ, ਪਰ ਮੁਸੀਬਤ ਇਹ ਹੈ ਕਿ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਮਾਗਮ ਸ਼ੁਰੂ ਹੋ ਜਾਂਦਾ ਹੈ। ਅਜੇ ਤੱਕ ਕੋਈ ਕੇਵਲ ਆਪਣੇ ਆਪ ਨੂੰ ਸੁਣਨ ਨਾਲ ਸਿਆਣਾ ਨਹੀਂ ਬਣਿਆ। ਕਿਸੇ ਦੇਸ਼ ਅੰਦਰਲੀ ਆਜ਼ਾਦੀ ਦਾ ਪੈਮਾਨਾ ਇਹ ਹੁੰਦਾ ਹੈ ਕਿ ਉੱਥੇ ਘੱਟ ਗਿਣਤੀਆਂ ਕਿਤਨੀਆਂ ਸੁਰੱਖਿਅਤ ਹਨ। ਅਖਾਣ, ਮੁਹਾਵਰੇ ਕਿਸੇ ਬੋਲੀ ਦੀ ਵਿਸ਼ਾਲਤਾ ਅਤੇ ਡੂੰਘਾਈ ਨੂੰ ਪ੍ਰਗਟਾਉਂਦੇ ਹਨ। ਇੱਕ ਚੰਗੀ ਲਾਇਬ੍ਰੇਰੀ ਵਿੱਚ ਉਹ ਕਿਤਾਬਾਂ ਵੀ ਹੋਣਗੀਆਂ ਜਿਹੜੀਆਂ ਸਾਡੀ ਸੋਚ ਨਾਲ ਸਹਿਮਤ ਨਹੀਂ ਹੁੰਦੀਆਂ। ਜਿੱਥੇ ਮਨੁੱਖ ਨੂੰ ਸੋਚਣ, ਬੋਲਣ, ਗਲਤੀਆਂ ਅਤੇ ਨਵੇਂ ਪ੍ਰਯੋਗ ਕਰਨ ਦੀ ਸੁਤੰਤਰਤਾ ਹੋਵੇ, ਉਹ ਦੇਸ਼ ਕਦੇ ਵੀ ਪਛੜਿਆ ਨਹੀਂ ਹੋ ਸਕਦਾ। ਬੁਢਾਪੇ ਵਿੱਚ ਕੋਈ ਵੀ ਆਪਣੀ ਜਵਾਨੀ ਦੀਆਂ ਗੱਲਾਂ ਕਰਦਾ ਹੈ ਤਾਂ ਉਸ ਦੀ ਆਵਾਜ਼ ਵਿੱਚ ਢੋਲਕੀ ਛੈਣੇ ਵੱਜਣ ਲੱਗ ਪੈਂਦੇ ਹਨ। ਵਿਚਾਰਾਂ ਦੇ ਹੋ ਰਹੇ ਵਿਰੋਧ ਤੋਂ ਡਰਨ ਦੀ ਲੋੜ ਨਹੀਂ, ਕਿਉਂਕਿ ਜਿਹੜੇ ਵਿਚਾਰ ਹੁਣ ਪ੍ਰਵਾਨ ਹਨ, ਉਹ ਕਿਸੇ ਵੇਲੇ ਵਿਰੋਧੀ ਵਿਚਾਰ ਸਨ। ਜੇ ਜਾਣ ਵੇਲੇ ਦਰਵਾਜ਼ਾ ਸਲੀਕੇ ਨਾਲ ਬੰਦ ਕਰੋਗੇ ਤਾਂ ਹੀ ਅਗਲਾ ਦਰਵਾਜ਼ਾ ਸੌਖ ਨਾਲ ਖੁੱਲ੍ਹੇਗਾ। ਹਰੇਕ ਸਮਝਦਾ ਹੈ ਕਿ ਉਸ ਕੋਲ ਲੋੜੀਂਦੀ ਅਕਲ ਹੈ, ਇਸੇ ਕਰਕੇ ਗਲਤੀ ਕਰਨ ਵੇਲੇ ਉਹ ਕਿਸੇ ਦੀ ਸਲਾਹ ਨਹੀਂ ਲੈਂਦਾ। ਕਰੋੜਾਂ ਸਾਲ ਪੁਰਾਣੇ ਸੰਸਾਰ ਵਿੱਚ ਕੁਝ ਵੀ ਨਵਾਂ ਨਹੀਂ। ਜਿਸ ਨੂੰ ਅਸੀਂ ਨਵਾਂ ਕਹਿੰਦੇ ਹਾਂ, ਉਹ ਸਾਡੇ ਵੱਲੋਂ ਪਹਿਲਾਂ ਨਾ ਵੇਖੇ ਹੋਣ ਕਾਰਨ ਨਵਾਂ ਲੱਗਦਾ ਹੈ। ਮਿਥਿਹਾਸਕ ਕਥਾਵਾਂ ਵਿਸ਼ਵਾਸ ਕਰਨ ਵਾਸਤੇ ਨਹੀਂ, ਜੀਵਨ ਦੇ ਵਰਤਾਰਿਆਂ ਨੂੰ ਸਮਝਣ ਵਾਸਤੇ ਹੁੰਦੀਆਂ ਹਨ। ਲੋਕ ਉਹਨਾਂ ਨੂੰ ਹੀ ਸੁਣਦੇ ਹਨ ਜਿਨ੍ਹਾਂ ਨੇ ਔਖੇ ਕੰਮ ਕੀਤੇ ਹੁੰਦੇ ਹਨ। ਦਾਦੀ ਜਾਂ ਨਾਨੀ ਤੋਂ ਮੁਆਫ਼ੀ ਮੰਗਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਹ ਮੁਆਫ਼ ਕਰਨ ਲਈ ਆਪ ਕਾਹਲੀ ਪਈ ਹੁੰਦੀ ਹੈ। ਸਾਧੂ, ਸੰਤ, ਰਿਸ਼ੀ ਆਦਿ ਜ਼ਿੰਦਗੀ ਦੀ ਗੰਭੀਰਤਾ ਦੇ ਨਾਂ ਹਨ। ਸਾਹਿਤ ਅਤੇ ਕਲਾ ਦੇ ਸ਼ੌਕੀਨ ਚੰਗਾ ਸਾਥ ਬਣਦੇ ਹਨ ਅਤੇ ਸਾਥ ਨੂੰ ਚੰਗੀ ਤਰ੍ਹਾਂ ਮਾਣਦੇ ਹਨ। ਜਿਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਪਿਆਰ ਦਾ ਅਨੁਭਵ ਹੋਇਆ ਹੁੰਦਾ ਹੈ, ਉਹ ਚੰਗੇ ਪਤੀ ਜਾਂ ਪਤਨੀ ਸਾਬਤ ਹੁੰਦੇ ਹਨ, ਕਿਉਂਕਿ ਇਸਤਰੀ ਨੂੰ ਪੁਰਸ਼ ਦੇ ਅਤੇ ਪੁਰਸ਼ ਨੂੰ ਇਸਤਰੀ ਦੇ ਔਸਤ ਸੁਭਾਅ ਦਾ ਪਤਾ ਲੱਗ ਚੁੱਕਾ ਹੁੰਦਾ ਹੈ। ਮਨ, ਬੁੱਧੀ ਅਤੇ ਆਤਮਾ ਦਾ ਕੋਈ ਵੀ ਪ੍ਰਸ਼ਨ ਅਜਿਹਾ ਨਹੀਂ ਜਿਹੜਾ ਕੁਰਾਨ, ਬਾਈਬਲ, ਰਾਮਾਇਣ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਵਿਚਾਰਿਆ ਗਿਆ ਹੋਵੇ।
ਭ੍ਰਿਸ਼ਟ ਵਿਅਕਤੀਆਂ ਵਿਚਲੀ ਗੱਲਬਾਤ ਵਿੱਚ ਗੱਲਾਂ ਦੀ ਵੰਨ-ਸੁਵੰਨਤਾ ਨਹੀਂ ਹੁੰਦੀ। ਅਜੋਕੇ ਬਾਜ਼ਾਰਾਂ ਵਿੱਚ ਸੈਂਕੜੇ ਚੀਜ਼ਾਂ ਅਜਿਹੀਆਂ ਆ ਗਈਆਂ ਹਨ ਜਿਹੜੀਆਂ ਕੇਵਲ ਨਾਜਾਇਜ਼ ਰਿਸ਼ਤਿਆਂ ਲਈ ਹੀ ਵਰਤੀਆਂ ਜਾ ਸਕਦੀਆਂ ਹਨ। ਅਸੀਸਾਂ ਨਾਲ ਭਰੀ ਜ਼ੁਬਾਨ ਬਦ-ਦੁਆਵਾਂ ਦਾ ਰਾਹ ਰੋਕ ਲੈਂਦੀ ਹੈ। ਚੰਗੀ ਸ਼ਖਸੀਅਤ ਦਾ ਮਾਪ ਇਹ ਹੈ ਕਿ ਉਹ ਦੂਜਿਆਂ ਨੂੰ ਮਾਣ ਦਿੰਦੀ ਹੈ। ਚਿੰਤਕ ਅਤੇ ਕਲਾਕਾਰ ਕਿਸੇ ਕਾਫਲੇ ਦਾ ਭਾਗ ਨਹੀਂ ਹੁੰਦੇ। ਆਜ਼ਾਦ ਸੋਚਣੀ ਕਾਰਨ ਇਹ ਹਮੇਸ਼ਾ ਇਕੱਲੇ ਹੁੰਦੇ ਹਨ। ਜਦੋਂ ਕੋਈ ਇਸਤਰੀ ਕਿਸੇ ਖੇਤਰ ਵਿੱਚ ਆਪਣੀ ਥਾਂ ਬਣਾਉਂਦੀ ਹੈ ਤਾਂ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਧੀ ਕਿਹਨਾਂ ਦੀ ਹੈ। ਉਦਾਰਤਾ ਉੱਚੇ ਆਦਰਸ਼ਾਂ ਵਿੱਚੋਂ ਉਪਜਦੀ ਹੈ। ਪ੍ਰੇਮ ਅਤੇ ਹਮਦਰਦੀ ਇਸ ਉਦਾਰਤਾ ਦੇ ਮੋਢੇ ਹੁੰਦੇ ਹਨ। ਜਿਉਂ-ਜਿਉਂ ਰਿਸ਼ਤੇ ਝੂਠੇ ਪੈਂਦੇ ਜਾ ਰਹੇ ਹਨ, ਤਿਉਂ-ਤਿਉਂ ਮਨੁੱਖ ਦੀ ਪੈਸੇ ਉੱਤੇ ਨਿਰਭਰਤਾ ਵੱਧਦੀ ਜਾ ਰਹੀ ਹੈ। ਸੰਕਟ ਦੀਆਂ ਘੜੀਆਂ ਦੌਰਾਨ ਭ੍ਰਿਸ਼ਟ ਨਹੀਂ, ਇਮਾਨਦਾਰ ਅੱਗੇ ਆਉਂਦੇ ਹਨ। ਭਾਰਤ ਛੁੱਟੀ ਪ੍ਰਧਾਨ ਦੇਸ਼ ਹੈ। ਇੱਥੇ ਹਫ਼ਤੇ ਵਿੱਚ ਦਿਨ 7 ਹੁੰਦੇ ਹਨ ਅਤੇ ਤਿਉਹਾਰ 8 ਹੁੰਦੇ ਹਨ। ਮਾਨਤਾ ਦੀ ਭੁੱਖ ਵਾਲੇ ਮਨੁੱਖ ਨੂੰ ਭੈੜਾ ਸਮਾਜ ਵੀ ਚੰਗਾ ਲੱਗਦਾ ਹੈ। ਹੁਣ ਦੇਸ਼ ਪਿਆਰ ਦੀਆਂ ਗੱਲਾਂ ਕੇਵਲ ਸਕੂਲੀ ਬੱਚੇ ਹੀ ਸੁਣਦੇ ਹਨ। ਕੁੱਤੇ ਨੂੰ ਵਫ਼ਾਦਾਰੀ ਅਤੇ ਮਨੁੱਖ ਨੂੰ ਬੇਵਫਾਈ ਸਿੱਖਣ ਦੀ ਲੋੜ ਨਹੀਂ ਪੈਂਦੀ। ਸਵਰਗ ਜਾਓ ਨਜ਼ਾਰੇ ਵੇਖਣ ਲਈ, ਪਰ ਦਿਲਚਸਪ ਸਾਥ ਦਾ ਆਨੰਦ ਨਰਕ ਵਿੱਚ ਹੀ ਮਿਲੇਗਾ। ਸਿਆਣੇ ਵਿਦਿਆਰਥੀ ਅਧਿਆਪਕਾਂ ਦਾ ਇਮਤਿਹਾਨ ਲੈਂਦੇ ਰਹਿੰਦੇ ਹਨ। ਦੁਖੀ ਨੂੰ ਆਪਣੀ ਕਹਾਣੀ ਸੁਣਾਉਣ ਦਿਓ, ਸੁਣੋ ਉਸ ਨੂੰ, ਹੋਰ ਕੁਝ ਨਹੀਂ ਚਾਹੀਦਾ। ਦੁਖੀ ਨੂੰ ਆਪਣੀ ਕਹਾਣੀ ਸੁਣਾਉਣ ਦਿਓ, ਸੁਣੋ ਉਸ ਨੂੰ, ਹੋਰ ਕੁਝ ਨਹੀਂ ਚਾਹੀਦਾ। ਜਦੋਂ ਲੋਕ ਕਿਸੇ ਸਿਧਾਂਤ ਬਾਰੇ ਕੱਟੜ ਹੋ ਜਾਂਦੇ ਹਨ ਤਾਂ ਅਸਲ ਵਿੱਚ ਨੁਕਸ ਲੋਕਾਂ ਵਿੱਚ ਨਹੀਂ, ਉਸ ਸਿਧਾਂਤ ਵਿੱਚ ਹੁੰਦਾ ਹੈ। ਜੇ ਜ਼ਿੰਦਗੀ ਭਰਪੂਰ ਢੰਗ ਨਾਲ ਜੀਵੀ ਜਾਵੇ ਤਾਂ ਬੁਢਾਪੇ ਵਿੱਚ ਜਵਾਨਾਂ ਨੂੰ ਵੇਖ ਕੇ ਸਾੜਾ ਨਹੀਂ ਹੋਵੇਗਾ। ਹਰ ਕੋਈ ਮੌਤ ਦੀ ਅਸਲੀਅਤ ਜਾਣਦਾ ਹੁੰਦਾ ਹੈ, ਪਰ ਹਰ ਕੋਈ ਸਮਝਦਾ ਹੈ ਕਿ ਇਹ ਦੂਜਿਆਂ ਲਈ ਹੈ। ਅਧਖੜ ਉਮਰ ਉਸ ਨੂੰ ਕਹਿੰਦੇ ਹਨ ਜਦੋਂ ਮਨ ਦੀ ਚੌੜਾਈ ਅਤੇ ਕਮਰ ਦਾ ਪਤਲਾਪਣ ਥਾਂ ਬਦਲ ਲੈਂਦੇ ਹਨ। ਦਾਦਾ ਜੀ ਜਾਂ ਪਿਤਾ ਜੀ ਕਿਤਨੇ ਵੀ ਲੰਮੇ ਰਹੇ ਹੋਣ, ਪੁੱਛਣ ਉੱਤੇ ਸਾਨੂੰ ਆਪਣਾ ਕੱਦ ਹੀ ਦੱਸਣਾ ਪਵੇਗਾ। ਰੁਕਾਵਟਾਂ ਉਦੋਂ ਹੀ ਦਿਸਦੀਆਂ ਹਨ ਜਦੋਂ ਨਿਸ਼ਾਨੇ ਤੋਂ ਨਜ਼ਰ ਹਟ ਜਾਵੇ। ਬਿਮਾਰੀ ਸਾਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਸਹੂਲਤ ਦਿੰਦੀ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਦਾ ਅਸਲ ਯੋਗਦਾਨ ਹਰ ਖੇਤਰ ਲਈ ਚੰਗੇ ਆਗੂ ਪੈਦਾ ਕਰਨਾ ਹੁੰਦਾ ਹੈ। ਧਰਮ ਮਨੁੱਖ ਦੀ ਬੇਵਸੀ ਦਾ ਇਲਾਜ ਹੈ। ਗਲਤ ਕੰਮ ਕਰਨ ਦਾ ਕੋਈ ਠੀਕ ਢੰਗ ਨਹੀਂ ਹੁੰਦਾ। ਪੰਛੀ ਇਸ ਲਈ ਚੰਗੇ ਲੱਗਦੇ ਹਨ ਕਿਉਂਕਿ ਮਨੁੱਖ ਵਿੱਚ ਆਪ ਉੱਡਣ ਦੀ ਇੱਛਾ ਹੈ। ਸੱਪ ਇਸ ਲਈ ਚੰਗਾ ਨਹੀਂ ਲੱਗਦਾ ਕਿਉਂਕਿ ਮਨੁੱਖ ਵਿੱਚ ਰੀਂਗਣ ਪ੍ਰਤੀ ਨਫ਼ਰਤ ਹੈ। ਆਖਰ ਚੁੱਪ ਵੀ ਚੁੱਪ ਰਹਿ ਕੇ ਥੱਕ ਜਾਂਦੀ ਹੈ। ਇਸੇ ਕਰਕੇ ਲੰਮੀ ਚੁੱਪ ਉਪਰੰਤ ਮਨੁੱਖ ਬੋਲਦਾ ਨਹੀਂ, ਗਰਜਦਾ ਹੈ। ਧਾਰਮਿਕ ਯਾਤਰਾ ਦਾ ਮਹੱਤਵ ਉਸ ਦੀ ਔਖ ਵਿੱਚ ਹੁੰਦਾ ਹੈ। ਜਿੱਥੇ ਔਖ ਨਹੀਂ ਹੁੰਦੀ ਉਸ ਨੂੰ ਯਾਤਰਾ ਨਹੀਂ, ਸੈਰ ਸਪਾਟਾ ਕਿਹਾ ਜਾਂਦਾ ਹੈ। ਧੀਆਂ ਪੁੱਤਰਾਂ ਦੀ ਉਮਰ ਕੋਈ ਵੀ ਹੋਵੇ, ਮਾਂ ਉਹਨਾਂ ਨੂੰ ਨਿਆਣੇ ਸਮਝ ਕੇ ਹੀ ਹਦਾਇਤਾਂ ਅਤੇ ਨਸੀਹਤਾਂ ਦਿੰਦੀ ਰਹਿੰਦੀ ਹੈ। ਆਪਣੀਆਂ ਗਲਤੀਆਂ ਨੂੰ ਗਲਤੀਆਂ ਨਹੀਂ, ਤਜਰਬਾ ਕਿਹਾ ਜਾਂਦਾ ਹੈ। ਜ਼ਰੂਰੀ ਨਹੀਂ ਕਿ ਯੁੱਧ ਸਰਹੱਦਾਂ ਤੇ ਹੀ ਹੋਵੇ। ਜਿੱਥੇ ਵੀ ਯੁੱਧ ਹੁੰਦਾ ਹੈ ਉੱਥੇ ਸਰਹੱਦਾਂ ਉਪਜ ਪੈਂਦੀਆਂ ਹਨ। ਪਿੰਡ ਵਿੱਚ ਜਿਹੜਾ ਪਰਿਵਾਰ ਇੱਕ ਵਾਰ ਟੀਚਰਾਂ ਦਾ ਨਿਸ਼ਾਨਾ ਬਣ ਜਾਵੇ ਫਿਰ ਪੁਸਤਾਂ ਤੱਕ ਬਣਿਆ ਹੀ ਰਹਿੰਦਾ ਹੈ। ਜਦੋਂ ਕਿਸਾਨ ਜ਼ਮੀਨ ਵਿਚਲੀ ਫਸਲ ਦੀ ਥਾਂ ਜ਼ਮੀਨ ਹੀ ਖਾਣ ਲੱਗ ਪਵੇ, ਉਹ ਅੰਤ ਵਿੱਚ ਜਾਂ ਕਤਲ ਕਰਦਾ ਹੈ ਜਾਂ ਆਤਮਘਾਤ। ਸਹੁਰੇ ਘਰ ਵਿੱਚ ਧੀ ਦਾ ਖਿੜਿਆ ਚਿਹਰਾ ਵੇਖ ਕੇ ਮਾਂ ਨੂੰ ਸਭ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ।
ਖੇਡਾਂ ਸੁਤੰਤਰਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਅਹਿਸਾਸ ਕਰਵਾਉਣ ਕਾਰਨ ਹਰ ਕਿਸੇ ਨੂੰ ਚੰਗੀਆਂ ਲੱਗਦੀਆਂ ਹਨ। ਸ਼ਕਤੀਸ਼ਾਲੀ ਸਮਾਜਾਂ ਵਿੱਚ ਸਮਾਗਮ ਦੌਰਾਨ ਕੁਝ ਵੀ ਵਾਪਰ ਜਾਵੇ, ਸਮਾਗਮ ਚੱਲਦਾ ਰਹਿੰਦਾ ਹੈ। ਕਿਸੇ ਕਲਾ ਨੂੰ ਸਿੱਖ ਤਾਂ ਅਸੀਂ ਕੁਝ ਦਿਨਾਂ ਵਿੱਚ ਹੀ ਜਾਂਦੇ ਹਾਂ, ਪਰ ਨਿਪੁੰਨ ਹੋਣ ਵਿੱਚ ਸਾਰੀ ਉਮਰ ਲੱਗ ਜਾਂਦੀ ਹੈ। ਜੇ ਭੁੱਖ ਲੱਗੀ ਹੋਵੇ ਤਾਂ ਭੋਜਨ ਵਿੱਚੋਂ ਸਵਾਦ ਉਛਲਦਾ ਹੈ। ਬੱਚਿਆਂ ਨੂੰ ਕੁੱਟਣ ਵਾਲੇ ਮਾਪੇ ਅਤੇ ਅਧਿਆਪਕ ਕਲਪਨਾ ਅਤੇ ਵਿਚਾਰਾਂ ਦੇ ਕੱਖੋਂ ਕੰਗਾਲ ਹੁੰਦੇ ਹਨ। ਥਕਾਵਟ ਵਿੱਚੋਂ ਨਵੇਂ ਵਿਚਾਰ ਨਹੀਂ ਉਪਜਦੇ, ਸਗੋਂ ਪੱਕੇ ਹੋਏ ਵਿਚਾਰ ਵੀ ਗਲਤ ਲੱਗਣ ਲੱਗ ਪੈਂਦੇ ਹਨ। ਕਾਮ ਉੱਤੇ ਲੱਗੀਆਂ ਸਾਰੀਆਂ ਕਾਨੂੰਨੀ ਅਤੇ ਸਮਾਜਿਕ ਪਾਬੰਦੀਆਂ ਤੋੜੀਆਂ ਗਈਆਂ ਹਨ ਜਾਂ ਤੋੜੀਆਂ ਜਾ ਰਹੀਆਂ ਹਨ। ਮਨੁੱਖ ਉਹਨਾਂ ਲੋਕਾਂ ਤੋਂ ਹੀ ਅੱਕਦਾ ਹੈ ਜਿਨ੍ਹਾਂ ਤੋਂ ਨਾ ਅੱਕਣਾ ਉਸ ਦਾ ਕੰਮ ਹੁੰਦਾ ਹੈ। ਅਨੇਕਾਂ ਘਰ ਇਸ ਲਈ ਬਰਬਾਦ ਹੋ ਰਹੇ ਹਨ ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ। ਕਿਸੇ ਨੂੰ ਪਸੰਦ ਕਰਨ ਤੋਂ ਪਹਿਲੇ ਅਸੀਂ ਆਪਣੇ ਆਪ ਨੂੰ ਪਸੰਦ ਕਰਦੇ ਹਾਂ। ਜ਼ਿੰਮੇਵਾਰੀ ਉੱਥੇ ਹੁੰਦੀ ਹੈ ਜਿੱਥੇ ਜ਼ਿੰਮੇਵਾਰੀ ਦੇ ਪੈਸੇ ਮਿਲਣ ਜਾਂ ਪ੍ਰਸ਼ੰਸਾ ਮਿਲੇ। ਮਨੁੱਖ ਬਹੁਤਾ ਚਿਰ ਸੰਤੁਸ਼ਟ ਰਹਿ ਨਹੀਂ ਸਕਦਾ, ਇਸ ਲਈ ਉਹ ਅਸੰਤੁਸ਼ਟ ਹੋਣ ਦਾ ਕੋਈ ਨਾ ਕੋਈ ਕਾਰਨ ਲੱਭ ਲੈਂਦਾ ਹੈ। ਜਦੋਂ ਕੋਈ ਜਵਾਨ ਲੜਕਾ ਕਿਸੇ ਸੋਹਣੀ ਲੜਕੀ ਨੂੰ ਵੇਖਦਾ ਹੈ ਤਾਂ ਸੋਚਦਾ ਹੈ, ਇਸ ਨਾਲ ਭਾਵੇਂ ਨਾ ਹੋਵੇ ਪਰ ਇਸ ਵਰਗੀ ਨਾਲ ਹੀ ਵਿਆਹ ਕਰਾਵਾਂਗਾ। ਜਦੋਂ ਤੱਕ ਮੁਕਾਬਲਾ ਨਹੀਂ ਹੁੰਦਾ, ਉਦੋਂ ਤੱਕ ਨਾ ਨਵੀਆਂ ਕਾਢਾਂ ਉਪਜਦੀਆਂ ਹਨ, ਨਾ ਨਵੇਂ ਵਿਚਾਰ ਉਪਜਦੇ ਹਨ। ਦਾਨ ਅਕਸਰ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਦਿੱਤਾ ਜਾਂਦਾ ਹੈ। ਵਿਰਸੇ ਵਿੱਚੋਂ ਮਿਲੀ ਜਾਇਦਾਦ ਵਿੱਚੋਂ ਕੋਈ ਦਾਨ ਨਹੀਂ ਦਿੰਦਾ। ਪ੍ਰੇਮੀ ਮਿਲਾਪ ਦੇ ਦਿਨਾਂ ਦਾ ਅਤੇ ਵਿਛੋੜੇ ਦੇ ਸਾਲਾਂ ਦਾ ਹਿਸਾਬ ਲਾਉਂਦੇ ਰਹਿੰਦੇ ਹਨ। ਮਹਾਨ ਵਿਅਕਤੀ ਅਤੀਤ ਦੀਆਂ ਗੱਲਾਂ ਨਹੀਂ ਕਰਦੇ, ਅਤੀਤ ਦੀਆਂ ਗੱਲਾਂ ਕਰਨ ਵਾਲੇ ਮਹਾਨ ਨਹੀਂ ਹੁੰਦੇ। ਮਾਪੇ ਸਾਨੂੰ ਸਾਡੇ ਜਨਮ ਤੋਂ ਆਪਣੇ ਮਰਨ ਤੱਕ ਜਾਣਦੇ ਹੁੰਦੇ ਹਨ। ਇਹ ਸਭ ਤੋਂ ਲੰਮੀ ਜਾਣ ਪਛਾਣ ਹੁੰਦੀ ਹੈ। ਅਤੀਤ ਵਰਤਮਾਨ ਨਾਲ ਕਦਮ ਮਿਲਾ ਕੇ ਨਹੀਂ ਚੱਲ ਸਕਦਾ। ਸੂਰਜ ਦੇ ਤਵੇ ਤੇ ਹਰ ਵੇਲੇ ਅਸੰਖਾਂ ਦਾ ਭੋਜਨ ਪੱਕ ਰਿਹਾ ਹੁੰਦਾ ਹੈ। ਜਿਹੜੇ ਪੱਥਰ ਮਿਹਨਤ ਕਰਦੇ ਰਹਿੰਦੇ ਹਨ, ਉਹ ਹੀਰੇ ਬਣ ਜਾਂਦੇ ਹਨ। ਅਤੀਤ ਵਿੱਚ ਅਸੀਂ ਦੂਰ ਤੱਕ ਵੇਖ ਸਕਦੇ ਹਾਂ, ਭਵਿੱਖ ਵਿੱਚ ਦੂਰ ਤੱਕ ਵੇਖਣ ਦੀ ਸਹੂਲਤ ਨਹੀਂ ਹੁੰਦੀ। ਜ਼ਿੰਦਗੀ ਵਿੱਚ ਪਛਤਾਵੇ ਨਹੀਂ ਹੁੰਦੇ, ਸਬਕ ਹੁੰਦੇ ਹਨ। ਜੇ ਸਬਕ ਨਾ ਸਿੱਖੀਏ ਤਾਂ ਇਹ ਪਛਤਾਵੇ ਬਣ ਜਾਂਦੇ ਹਨ। ਇੱਕ ਹੱਥ ਕਰੇ ਦੂਜੇ ਹੱਥ ਨੂੰ ਜ਼ਖਮੀ ਨਹੀਂ ਕਰਦਾ, ਕਿਉਂਕਿ ਇੱਕ ਜਾਣਦਾ ਹੁੰਦਾ ਹੈ ਕਿ ਉਸ ਨੂੰ ਦੂਜੇ ਦੀ ਲੋੜ ਹੈ। ਮਾਪੇ ਬਣ ਕੇ ਸਾਨੂੰ ਆਪਣੇ ਅੱਕਣ ਅਤੇ ਥੱਕਣ ਦੀ ਯੋਗਤਾ ਦਾ ਪਤਾ ਲੱਗ ਜਾਂਦਾ ਹੈ। ਸਫਲ ਪਤਨੀ ਪਤੀ ਨੂੰ ਕਹਿੰਦੀ ਹੈ, ਜੇ ਤੁਸੀਂ ਘਰ ਛੱਡ ਕੇ ਜਾਓ ਤਾਂ ਮੈਨੂੰ ਵੀ ਨਾਲ ਲੈ ਜਾਣਾ। ਕਈ ਸੋਚਦੇ ਹਨ, ਜ਼ਿੰਦਗੀ ਜਿਉਣੀ ਕੀ ਔਖੀ ਹੈ, ਅੱਧਾ ਸਮਾਂ ਤਾਂ ਸੋਹਣਾ ਹੀ ਹੁੰਦਾ ਹੈ। ਵਿਹਲਿਆਂ ਕੋਲ ਬਹਾਨਿਆਂ ਦੇ ਰੁਝੇਵੇਂ ਹੁੰਦੇ ਹਨ। ਆਪਣੀ ਪ੍ਰਸ਼ੰਸਾ ਅਤੇ ਦੂਜਿਆਂ ਦੀ ਨਿੰਦਾ ਸੁਣਨੀ ਸਭਨੀ ਥਾਈਂ ਉੱਚੇ ਅਹੁਦਿਆਂ ਦਾ ਸੁਭਾਅ ਹੁੰਦੀ ਹੈ। ਹਰ ਅਮੀਰ ਦਾ ਕੋਈ ਨਾ ਕੋਈ ਗਰੀਬ ਰਿਸ਼ਤੇਦਾਰ ਹੁੰਦਾ ਹੈ ਜਿਸ ਤੋਂ ਉਹ ਪਰੇਸ਼ਾਨ ਹੁੰਦਾ ਰਹਿੰਦਾ ਹੈ। ਨੌਕਰ ਦੀ ਯੋਗਤਾ ਮਾਲਕ ਦੀ ਗੈਰ ਹਾਜ਼ਰੀ ਵਿੱਚ ਪ੍ਰਗਟ ਹੁੰਦੀ ਹੈ। ਤੂਫਾਨ ਵਿੱਚੋਂ ਬੇੜੀ ਤਾਕਤ ਨਾਲ ਨਹੀਂ, ਜੁਗਤ ਨਾਲ ਬਚਾਈ ਜਾਂਦੀ ਹੈ। ਸਿਆਣਪ ਤੋਂ ਬਿਨਾਂ ਚੁੱਪ ਰਹਿਣਾ ਸੰਭਵ ਨਹੀਂ ਹੁੰਦਾ। ਤੀਰ ਅੰਦਾਜ਼ ਆਪਣੇ ਤੀਰਾਂ ਕਰਕੇ ਨਹੀਂ, ਨਿਸ਼ਾਨੇ ਕਰਕੇ ਜਾਣਿਆ ਜਾਂਦਾ ਹੈ। ਇਲਾਜ ਨੀਂਦਰ ਕਰਦੀ ਹੈ, ਪ੍ਰਸ਼ੰਸਾ ਦਵਾਈ ਦੀ ਹੁੰਦੀ ਹੈ।
ਯਾਤਰਾ ਦੌਰਾਨ ਲਗਭਗ 5 ਘੰਟੇ ਹੀ ਨੀਂਦਰ ਆਉਂਦੀ ਹੈ। ਵਿਦਿਆਰਥੀ ਲਗਭਗ 7 ਘੰਟੇ ਸੌਂਦੇ ਹਨ। ਦੁਕਾਨਦਾਰ 8 ਘੰਟੇ ਤੋਂ ਵੱਧ ਸੌ ਨਹੀਂ ਸਕਦਾ, ਪਰ ਮੂਰਖਾਂ ਦਾ 11 ਘੰਟੇ ਦੀ ਨੀਂਦ ਤੋਂ ਘੱਟ ਸਰਦਾ ਨਹੀਂ। ਪੈਸੇ ਨਾਲ ਚਿੰਤਾ ਉਪਜਦੀ ਹੈ, ਪੈਸੇ ਤੋਂ ਬਿਨਾਂ ਪਰੇਸ਼ਾਨੀਆਂ ਉਪਜਦੀਆਂ ਹਨ। ਚੰਗੇ ਬੰਦੇ ਮਰ ਕੇ ਦੱਸਦੇ ਹਨ ਕਿ ਜਿਉਣਾ ਕਿਵੇਂ ਹੈ। ਗਿਆਨ ਅਜਿਹੇ ਢੰਗ ਨਾਲ ਦੇਣਾ ਚਾਹੀਦਾ ਹੈ ਕਿ ਵਿਦਿਆਰਥੀ ਗਿਆਨ ਨੂੰ ਤੋਹਫਾ ਸਮਝਣ, ਨਾ ਕਿ ਸਜ਼ਾ। ਜੇ ਮਾਲਕ ਲਾਪਰਵਾਹ ਹੋਵੇਗਾ ਤਾਂ ਨੌਕਰ ਬੇਈਮਾਨ ਹੋਣਗੇ। ਜਿਹੜਾ ਦੇਣ ਦੀ ਅਮੀਰੀ ਵਿਖਾਉਂਦਾ ਹੈ, ਪ੍ਰਮਾਤਮਾ ਆਪ ਉਸ ਦਾ ਖਜ਼ਾਨਚੀ ਬਣ ਜਾਂਦਾ ਹੈ। ਨਾਂ ਯਾਦ ਰੱਖਣ ਨਾਲੋਂ ਚਿਹਰੇ ਯਾਦ ਰੱਖਣੇ ਸੌਖੇ ਹੁੰਦੇ ਹਨ। ਖੁੱਲ੍ਹੇ ਪੈਸੇ ਜਵਾਨੀ ਨੂੰ ਤਬਾਹ ਕਰ ਦਿੰਦੇ ਹਨ ਅਤੇ ਪੈਸਿਆਂ ਦੀ ਤੰਗੀ ਬੁਢਾਪੇ ਨੂੰ ਬਰਬਾਦ ਕਰ ਦਿੰਦੀ ਹੈ। ਵਿਦਿਆਰਥੀ ਪੜ੍ਹਾਈ ਤੋਂ ਨਹੀਂ ਡਰਦੇ, ਇਮਤਿਹਾਨਾਂ ਦੇ ਨਤੀਜਿਆਂ ਤੋਂ ਡਰਦੇ ਹਨ। ਮਹਾਭਾਰਤ ਬਾਰੇ ਕਿਹਾ ਜਾਂਦਾ ਹੈ, ਜੋ ਇਸ ਵਿੱਚ ਹੈ ਉਹ ਹੋਰ ਕਿਧਰੇ ਨਹੀਂ, ਜੋ ਇਸ ਵਿੱਚ ਨਹੀਂ ਹੈ ਉਹ ਕਿਧਰੇ ਵੀ ਨਹੀਂ। ਵਿਛੋੜੇ ਦਾ ਵੀ ਲਾਭ ਹੁੰਦਾ ਹੈ। ਵਿਛੜ ਕੇ ਸਾਨੂੰ ਦੂਜੇ ਦੇ ਮਹੱਤਵ ਦਾ ਪਤਾ ਲੱਗਦਾ ਹੈ। ਪਤਨੀ ਹਾਰਨ ਵਾਲੇ ਜੁਆਰੀਏ ਪਤੀ ਨਾਲ ਹੀ ਲੜਦੀ ਹੈ। ਜੇ ਉਹ ਜਿੱਤਦਾ ਰਹੇ ਤਾਂ ਪਤਨੀ ਵੀ ਜੂਆ ਖੇਡਣ ਵਿੱਚ ਦਿਲਚਸਪੀ ਲੈਣ ਲੱਗ ਪੈਂਦੀ ਹੈ। ਚੰਗੇ ਬੰਦੇ ਦੁੱਖਾਂ ਵਿੱਚੋਂ ਲੰਘ ਕੇ ਭੈੜੇ ਨਹੀਂ, ਹੋਰ ਚੰਗੇ ਹੋ ਜਾਂਦੇ ਹਨ। ਮੁਸ਼ਕਲਾਂ ਨਾਲ ਉਹ ਕੋੜੇ ਨਹੀਂ, ਮਿੱਠੇ ਬਣ ਜਾਂਦੇ ਹਨ। ਸੰਕਟ ਦਾ ਵੀ ਲਾਭ ਹੁੰਦਾ ਹੈ। ਸੰਕਟ ਵਿੱਚ ਅਸੀਂ ਸੋਚਦੇ ਹਾਂ, ਸੰਕਟ ਵਿੱਚ ਸਾਡਾ ਸੋਚਣਾ ਹੀ ਸੰਕਟ ਦਾ ਹੱਲ ਹੋ ਨਿਬੜਦਾ ਹੈ। ਜਿਨ੍ਹਾਂ ਨੂੰ ਸਮੱਸਿਆਵਾਂ, ਮੁਸ਼ਕਿਲਾਂ ਅਤੇ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ, ਉਹ ਵਿਕਾਸ ਵੀ ਨਹੀਂ ਕਰਦੇ। ਜੀਵਨ ਵਿੱਚ ਦੁਖੀ ਹੋਣਾ ਲਾਜ਼ਮੀ ਹੈ, ਸੁਖੀ ਹੋਣਾ ਸਾਡੀ ਮਰਜ਼ੀ ਹੁੰਦੀ ਹੈ। ਕਾਮ ਦੇ ਲੱਖਾਂ ਪੱਖ ਹਨ, ਇਸੇ ਕਰਕੇ ਇਸ ਵਿੱਚ ਕਰੋੜਾਂ ਦੀ ਦਿਲਚਸਪੀ ਹੈ। ਸੁਣਨ ਨਾਲ ਮਨੁੱਖ ਸਿਆਣਾ, ਪੜ੍ਹਨ ਨਾਲ ਪ੍ਰਵਾਨ, ਬੋਲਣ ਨਾਲ ਬਲਵਾਨ ਅਤੇ ਲਿਖਣ ਨਾਲ ਵਿਦਵਾਨ ਬਣ ਜਾਂਦਾ ਹੈ। ਮਹਾਂਪੁਰਸ਼ ਨੂੰ ਜਿੱਧਰੋਂ ਮਰਜ਼ੀ ਵੇਖੋ, ਉਸ ਦਾ ਕੁਝ ਨਾ ਕੁਝ ਦਿਸਣੋਂ ਰਹਿ ਜਾਂਦਾ ਹੈ। ਉਸ ਦਾ ਸਮੁੱਚ ਕਦੇ ਵੀ ਸਾਡੀ ਪਕੜ ਵਿੱਚ ਨਹੀਂ ਆਉਂਦਾ। ਪ੍ਰਸੰਨ ਵਿਅਕਤੀ ਲਈ ਸਾਰੇ ਮੌਸਮ ਸੁਹਾਵਣੇ ਹੁੰਦੇ ਹਨ। ਸਾਂਝਾਂ ਨੂੰ ਮਾਣਨ ਅਤੇ ਵਖਰੇਵਿਆਂ ਦਾ ਸਤਿਕਾਰ ਕਰਨ ਨਾਲ ਮਨੁੱਖ ਹਰ ਖੇਤਰ ਵਿੱਚ ਵਿਕਾਸ ਕਰਦਾ ਹੈ। ਤੋਹਫਿਆਂ ਨਾਲ ਗੈਰਹਾਜ਼ਰ ਵਿਅਕਤੀ ਨੇੜਿਓਂ ਵਿਖਾਈ ਦੇਣ ਲੱਗ ਪੈਂਦਾ ਹੈ। ਗੱਲਬਾਤ ਦਿਲਚਸਪ ਤਾਂ ਹੀ ਬਣੇਗੀ ਜੇ ਕਿਤਾਬਾਂ ਪੜ੍ਹਨ ਦੀ ਆਦਤ ਹੋਵੇਗੀ। ਆਉਣ ਵਾਲਾ ਕੱਲ੍ਹ ਲੰਘ ਗਏ ਸਾਲ ਨਾਲੋਂ ਵੀ ਵਧੇਰੇ ਸੰਭਾਵਨਾਵਾਂ ਵਾਲਾ ਹੁੰਦਾ ਹੈ। ਜਿਹੜੇ ਪੜ੍ਹਾਈ ਵਿੱਚ ਪਿੱਛੇ ਛੱਡ ਦਿੰਦੇ ਹਨ, ਉਹਨਾਂ ਦੇ ਬਹਾਨੇ ਹਾਸੋਹੀਣੇ ਹੁੰਦੇ ਹਨ। ਜਿਹੜੇ ਪੜ੍ਹਾਈ ਵਿੱਚੇ ਛੱਡ ਦਿੰਦੇ ਹਨ, ਉਹਨਾਂ ਦੇ ਬਹਾਨੇ ਹਾਸੋਹੀਣੇ ਹੁੰਦੇ ਹਨ। ਹਰ ਚੀਜ਼ ਆਪਣੀ ਥਾਂ ਸਿਰ ਹੀ ਫੱਬਦੀ ਹੈ। ਕਈਆਂ ਲਈ ਠੀਕ ਥਾਂ ਜੇਲ੍ਹ ਅਤੇ ਕਈਆਂ ਲਈ ਠੀਕ ਥਾਂ ਪਾਗਲਖਾਨਾ ਹੁੰਦੀ ਹੈ। ਭਰਾਵਾਂ ਦੀ ਤਾਕਤ ਭੈਣਾਂ ਦੇ ਆਤਮ ਵਿਸ਼ਵਾਸ ਵਿੱਚੋਂ ਝਲਕਦੀ ਹੈ। ਭੈਣਾਂ ਦੀ ਸੁੰਦਰਤਾ ਭਰਾਵਾਂ ਨੂੰ ਚੁਸਤ ਬਣਾ ਦਿੰਦੀ ਹੈ। ਕਲਾ ਜ਼ਿੰਦਗੀ ਦੇ ਚਾਨਣੇ ਪੱਖ ਨੂੰ ਪੇਸ਼ ਕਰਦੀ ਹੈ। ਭਾਵੇਂ ਕਿਸੇ ਵਿਰਲਾਪ ਕਰਦੀ ਇਸਤਰੀ ਦਾ ਹੀ ਚਿੱਤਰ ਹੋਵੇ, ਉਹ ਜ਼ਿੰਦਗੀ ਦੇ ਪੱਖ ਵਿੱਚ ਹੋਵੇਗਾ। ਬਦਲਾ ਲੈਣ ਵਾਲੇ ਅਤੀਤ ਵਿੱਚ ਰਹਿੰਦੇ ਹਨ। ਅਤੀਤ ਵਿੱਚ ਰਹਿਣ ਵਾਲਿਆਂ ਦਾ ਭਵਿੱਖ ਨਹੀਂ ਹੁੰਦਾ। ਜਦੋਂ ਕੋਈ ਸਿਰ ਹਿਲਾਵੇ ਪਰ ਹੰਗੂਰਾ ਨਾ ਭਰੇ, ਇਹ ਗੱਲਬਾਤ ਮੁਕਾਉਣ ਅਤੇ ਰਵਾਨਾ ਹੋਣ ਦਾ ਇਸ਼ਾਰਾ ਹੁੰਦਾ ਹੈ। ਹੱਸਣਾ ਸਿੱਖੋ, ਉਮਰ ਕੋਈ ਹੋਵੇ, ਜਵਾਨ ਮਹਿਸੂਸ ਕਰੋਗੇ। ਹੱਥ ਮਿਲਾ ਕੇ ਵਿਦਾ ਹੋਣ ਦਾ ਅਰਥ ਹੈ ਫਿਰ ਮਿਲਾਂਗੇ, ਮਿਲਦੇ ਰਹਾਂਗੇ। ਮਿੱਤਰ ਬੇਗਾਨੇ ਵੀ ਹੋ ਜਾਣ, ਨਹੀਂ ਭੁੱਲਣੇ ਚਾਹੀਦੇ, ਕਿਉਂਕਿ ਉਹ ਕਦੇ ਤਾਂ ਸਾਡੇ ਮਿੱਤਰ ਸਨ। ਪੜ੍ਹਾਈ ਵਿੱਚੇ ਛੱਡਣ ਵਾਲਿਆਂ ਵਿੱਚ ਕੁਝ ਪੂਰਾ ਕਰਨ ਦੀ ਯੋਗਤਾ ਨਹੀਂ ਹੁੰਦੀ, ਜਿਸ ਕਾਰਨ ਉਹ ਕਿਸੇ ਵੱਡੀ ਜ਼ਿੰਮੇਵਾਰੀ ਦੇ ਯੋਗ ਨਹੀਂ ਸਮਝੇ ਜਾਂਦੇ।
ਸਰਕਾਰੀ ਨੌਕਰੀ ਵਿੱਚ ਤਰੱਕੀ ਹੁੰਦੀ ਹੈ, ਵਿਕਾਸ ਨਹੀਂ ਵਾਪਰਦਾ। ਉਚੇਰੀ ਪੜ੍ਹਾਈ ਇਸ ਗੱਲ ਦੀ ਪਰਖ ਹੁੰਦੀ ਹੈ ਕਿ ਕੀ ਅਸੀਂ ਕੋਈ ਔਖਾ ਕੰਮ ਲੰਮਾ ਅਰਸਾ ਕਰ ਸਕਦੇ ਹਾਂ ਕਿ ਨਹੀਂ। ਕਈ ਵਾਰੀ ਕਿਸੇ ਡਰੇ ਹੋਏ ਧਰਵਾਸ ਦੇਣ ਵਾਸਤੇ ਸਾਨੂੰ ਆਪਣੇ ਚਿਹਰੇ ਤੇ ਘਬਰਾਹਟ ਉਪਜਾਉਣੀ ਪੈਂਦੀ ਹੈ। ਜੇ ਦੋ ਮੁਸੀਬਤਾਂ ਵਿੱਚੋਂ ਚੋਣ ਕਰਨੀ ਪਵੇ ਤਾਂ ਜਿਹੜੀ ਸੋਹਣੀ ਹੋਵੇ ਉਸ ਨੂੰ ਚੁਣੋ। ਅਨੇਕਾਂ ਚੀਜ਼ਾਂ ਹਾਥੀ ਵਾਂਗ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਵੇਖਣਾ ਤਾਂ ਚਾਹੁੰਦੇ ਹਾਂ ਪਰ ਖਰੀਦਣਾ ਨਹੀਂ ਚਾਹੁੰਦੇ। ਵਿਸ਼ਵਾਸ ਕਰਨ ਵਾਲੇ ਧਰਮ ਦੇ ਖੇਤਰ ਵਿੱਚ ਹੀ ਸਤਿਕਾਰੇ ਜਾਂਦੇ ਹਨ, ਬਾਕੀ ਖੇਤਰਾਂ ਵਿੱਚ ਵਿਸ਼ਵਾਸ ਦਾ ਕੋਈ ਮਹੱਤਵਪੂਰਨ ਰੋਲ ਨਹੀਂ ਹੁੰਦਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।